TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਸੰਗਰੂਰ ਤੋਂ ਚੋਣ ਲੜਨ ਦੀ ਸਿਮਰਨਜੀਤ ਮਾਨ ਨੇ ਖਿੱਚੀ ਤਿਆਰੀ। ਇੱਕ ਕਾਂਗਰਸੀ ਵਿਧਾਇਕ ਦੀ ਵਾਇਰਲ ਵੀਡੀਓ ਕਾਰਨ ਉੱਠਿਆ ਵਿਵਾਦ। ਦਿੱਲੀ ਨੂੰ ਮਿਲਿਆ ਨਵਾਂ ਉਪ ਰਾਜਪਾਲ। ਮੋਹਾਲੀ ਏਅਰਪੋਰਟ ਦਾ ਨਾਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਕਵਾਇਦ ਸ਼ੁਰੂ। ਸਾਬਕਾ ਅਕਾਲੀ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ। ਮਜੀਠੀਆ ਤੇ ਲਗਾਏ ਸਨ ਉਹਨਾਂ ਗੰਭੀਰ ਦੋਸ਼। ਸਿੱਧੂ ਨਾਲ ਕਿਹੜੇ ਕਾਂਗਰਸੀ ਕਰਨਗੇ ਮੁਲਾਕਾਤ, ਤਿਆਰੀਆਂ ਸ਼ੁਰੂ। ਅਤੇ ਔਰਤਾਂ ਦੇ ਮੁਫਤ ਬੱਸ ਸਹੂਲਤ ਕਾਰਨ 300 ਕਰੋੜ ਦਾ ਸਰਕਾਰ ਵੱਲ ਬਕਾਇਆ। ਚੰਨੀ ਸਰਕਾਰ ਨੇ ਨਹੀਂ ਸੀ ਕੀਤਾ ਭੁਗਤਾਨ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਇਸੇ ਨਾਲ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲਈ 2 ਵਾਰ ਚੋਣ ਜਿੱਤੀ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ, ਚੋਣ ਜਿੱਤੀ। ਲੋਕ ਸਭਾ ਦੀ ਮੈਂਬਰੀ ਤੋਂ ਆਪਣਾ ਅਸਤੀਫਾ ਦਿੱਤਾ। ਕਹਿਣ ਦਾ ਭਾਵ ਸੰਗਰੂਰ ਤੋਂ ਲੋਕ ਸਭਾ ਦਾ ਹਲਕਾ ਇਸ ਵਕਤ ਖਾਲੀ ਪਿਆ ਹੈ। ਜ਼ਿਮਨੀ ਚੋਣ ਉੱਥੇ ਹੋਣੀ ਹੈ। ਸਾਰੇ ਪਾਸੇ ਸਰਗਰਮੀਆਂ ਤੇਜ਼ ਨੇ, ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ। ਬੀਤੇ ਦਿਨੀ ਤੁਹਾਨੂੰ ਦੱਸਿਆ ਸੀ ਕਿ ਭਾਜਪਾ ਦੇ ਕੁਝ ਆਗੂਆਂ ਦੀ ਮੁਲਾਕਾਤ ਹੋਈ, ਜਿਨ੍ਹਾਂ ਵਿੱਚ ਸੁਨੀਲ ਜਾਖੜ ਵੀ ਸਨ, ਸਿੰਗਲਾ ਸਾਹਿਬ ਸਨ, ਸਿਰਸਾ ਸਾਹਿਬ ਸਨ। ਆਪਾਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਕਿ ਲੱਗਦਾ ਕਿ ਪਰ ਤੋਲੇ ਜਾ ਰਿਹਾ ਭਾਜਪਾ ਵੱਲੋਂ ਵੀ। 2 ਦਿਨ ਪਹਿਲਾਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਭਗਵੰਤ ਮਾਨ ਹੋਰਾਂ ਦੀ ਭੈਣ ਨੂੰ ਪੁੱਛਿਆ, ਮਨਪ੍ਰੀਤ ਕੌਰ ਨੂੰ, ਕਿ ਕੀ ਚੋਣ ਲੜੋਗੇ। ਉਹ ਕਹਿੰਦੇ ਸਿਆਸੀ ਸਫ਼ਰ ਤਾਂ ਮੈਂ ਵੀ ਸ਼ੁਰੂ ਕਰ ਸਕਦੀ ਹਾਂ, ਪਰ ਪਾਰਟੀ ਨੇ ਵੇਖਣਾ ਕਿ ਮੈਨੂੰ ਟਿਕਟ ਦਿੱਤੀ ਜਾਂਦੀ ਹੈ ਜਾਂ ਨਹੀਂ। ਦੂਸਰੇ ਪਾਸੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਵੀ ਦੱਸ ਦਿੱਤਾ ਹੈ ਕਿ ਇਸ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਉਤਰਨਗੇ। ਇਸ ਗੱਲ ਦਾ ਫੈਸਲਾ ਇੱਕ ਮੀਟਿੰਗ ਕਰਕੇ ਕੀਤਾ ਗਿਆ ਹੈ। ਇਹਨਾਂ ਦੀ ਪਾਰਟੀ ਦੀ ਰਾਜਸੀ ਮਾਮਲਿਆਂ ਦੀ ਕਮੇਟੀ, ਉਹਦੀ ਇੱਕ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕਰ ਵੀ ਲਿਆ ਗਿਆ ਹੈ ਅਤੇ ਪ੍ਰੈਸ ਨਾਲ ਕੁਝ ਵੇਰਵੇ ਸਾਂਝੇ ਕੀਤੇ ਗਏ ਹੈ। ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਸਪੈਸ਼ਲ ਸਕੱਤਰ ਨੇ ਗੁਰਜੰਟ ਸਿੰਘ ਕੱਟੂ ਹੋਰਾਂ ਨੇ ਆਖਿਆ ਕਿ ਮੀਟਿੰਗ ਵਿੱਚ ਤੈਅ ਕਰ ਲਿਆ ਗਿਆ ਹੈ ਕਿ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਜਿਹੜੀ ਜ਼ਿਮਨੀ ਚੋਣ ਲੋਕ ਸਭਾ ਦੀ ਹੋਣੀ ਆ, ਉਹ ਚੋਣ ਲੜਨਗੇ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਅਸੈਂਬਲੀ ਚੋਣਾਂ ਹੋਈਆਂ, ਚੋਣਾਂ ਦੀ ਵਾਗਡੋਰ ਜਿਸ ਪਾਰਟੀ ਦੇ ਹੱਥਾਂ ਵਿੱਚ ਗਈ ਆ, ਉਹਨਾਂ ਨੂੰ ਕੁਝ ਵੀ ਫੈਸਲਾ ਕਰਨਾ ਹੋਵੇ ਤਾਂ ਦਿੱਲੀ ਦੇ ਆਗੂਆਂ ਤੋਂ ਸਲਾਹ ਲੈਣੀ ਪੈਂਦੀ ਹੈ। ਪਰ ਕਹਿੰਦੇ ਪੰਥ ਦੀ ਗੱਲ, ਕੌਮ ਦੀ ਗੱਲ ਕਰਨ ਵਾਲਾ ਜੇਕਰ ਕੋਈ ਆਗੂ ਹੈ, ਜੇਕਰ ਪੰਜਾਬ ਦੇ ਮੁੱਦਿਆਂ 'ਤੇ ਕੋਈ ਪਹਿਰਾ ਦੇ ਸਕਦਾ, ਆਵਾਜ਼ ਚੁੱਕ ਸਕਦਾ ਹੈ, ਉਹੋ ਜਿਹਾ ਤਾਂ ਕੋਈ ਮੈਂਬਰ ਹੈ ਨਹੀਂ। ਤਾਂ ਉਹ ਸਿਰਫ ਇੱਕੋ ਇੱਕ ਮੈਂਬਰ ਨੇ, ਉਹਨੇ ਸਿਮਰਨਜੀਤ ਸਿੰਘ ਮਾਨ, ਜਿਹੜੇ ਪੰਥ ਦੀ ਵੀ ਗੱਲ ਕਰਨਗੇ, ਪੰਜਾਬ ਦੇ ਹੱਕਾਂ ਦੀ ਵੀ ਗੱਲ ਕਰਨਗੇ। ਸੋ ਇਸ ਕਰਕੇ ਸਿਮਰਨਜੀਤ ਸਿੰਘ ਮਾਨ ਦਾ ਮੈਂਬਰ ਪਾਰਲੀਮੈਂਟ ਬਣਨਾ ਬੜਾ ਲਾਜ਼ਮੀ ਹੈ। ਤੇ ਹੁਣ ਇਸ ਖਬਰ 'ਤੇ ਆਪਾਂ ਟਿੱਪਣੀ ਕਰੀਏ। ਦੇਖੋ, ਫੈਸਲਾ ਲੋਕਾਂ ਨੇ ਕਰਨਾ ਹੈ ਕਿ ਭਾਜਪਾ, ਅਕਾਲੀ, ਕਾਂਗਰਸ ਆਪ ਕਿਹਨੂੰ ਜਿਤਾਉਂਦੇ ਆ ਅਤੇ ਕਿਹਨੂੰ ਹਰਾਉਂਦੇ ਆ। ਪਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਗਿਆ ਸੀ। ਉਸ ਵਕਤ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਕਿੰਨੀ ਕੁ ਗੱਲ ਕੀਤੀ ਹੈ, ਉਹ ਤੁਸੀਂ ਬਿਹਤਰ ਜਾਣਦੇ ਹੋਵੋਗੇ। ਪਰ ਵੇਖਦੇ ਹਾਂ ਕਿ ਜ਼ਿਮਨੀ ਚੋਣ ਦਾ ਐਲਾਨ ਕਦੋਂ ਹੁੰਦਾ ਹੈ। ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਤਾਂ ਲਗਭਗ ਗੱਲ ਤੈਅ ਹੋ ਗਈ ਹੈ ਕਿ ਉਹ ਚੋਣ ਲੜਨਗੇ। ਬਾਕੀ ਕਿਹੜੀ ਪਾਰਟੀ ਦੇ ਵਿੱਚੋਂ ਕਿਹੜਾ ਮੈਦਾਨ ਦੇ ਵਿੱਚ ਉਤਰਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਅਗਲੀ ਜਿਹੜੀ ਜਾਣਕਾਰੀ ਹੈ ਉਹ ਮੋਹਾਲੀ ਏਅਰਪੋਰਟ ਦੇ ਨਾਲ ਸੰਬੰਧਿਤ ਜਾਣਕਾਰੀ ਹੈ। ਤੁਹਾਨੂੰ ਯਾਦ ਹੋਣਾ ਕਿ ਹਲਵਾਰਾ ਜਿਹੜਾ ਹਵਾਈ ਅੱਡਾ ਹੈ, ਉਹਦੇ ਬਾਬਤ ਵੀ ਲਗਾਤਾਰ ਇਹ ਵਿਵਾਦ ਰਿਹਾ ਕਿ ਲੋਕ ਚਾਹੁੰਦੇ ਆ, ਹਲਕੇ ਦੇ ਲੋਕ ਵੀ ਚਾਹੁੰਦੇ ਆ, ਪੰਜਾਬ ਦੇ ਲੋਕ ਵੀ ਚਾਹੁੰਦੇ ਆ ਕਿ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਨਾਮ ਦੇ ਉੱਤੇ ਉਸ ਹਵਾਈ ਅੱਡੇ ਦਾ ਨਾਮ ਰੱਖਿਆ ਜਾਵੇ। ਬੜੀਆਂ ਪਟੀਸ਼ਨਾਂ, ਬੜੀਆਂ ਈਮੇਲਸ ਪਾਈਆਂ ਨੇ, ਪਰ ਹਾਲੇ ਤੱਕ ਕਿਸੇ ਨੇ ਸੁਣਵਾਈ ਕੀਤੀ ਨਹੀਂ। ਪਰ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਤਾਂ ਇਹ ਕਿ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕੀਤੀਆਂ ਜਾਣ, ਖਾਸ ਕਰਕੇ ਕੈਨੇਡਾ ਵਾਸਤੇ, ਅਮਰੀਕਾ ਵਾਸਤੇ, ਯੂਨਾਈਟਿਡ ਕਿੰਗਡਮ, UK ਦੇ ਵਾਸਤੇ। ਤੇ ਨਾਲ ਇਹ ਵੀ ਆਖਿਆ ਗਿਆ
ਕਿ 에ਅਰਪੋਰਟ ਅਥਾਰਟੀ ਆਫ ਇੰਡੀਆ ਦੇ ਨਾਲ ਤੁਰੰਤ ਤਾਲਮੇਲ ਸ਼ੁਰੂ ਕੀਤਾ ਜਾਵੇ ਇਸ ਮਸਲੇ ਦੇ ਉੱਤੇ। ਮੈਂ ਤੁਹਾਨੂੰ ਦੱਸ ਦਿਆਂ ਕਿ ਮੋਹਾਲੀ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਬਣਿਆ ਹੋਇਆ ਹੈ, ਉੱਥੋਂ ਦੁਬਈ ਵਾਸਤੇ, ਸ਼ਾਰਜਾਹ ਵਾਸਤੇ ਸਿਰਫ 2 ਅੰਤਰਰਾਸ਼ਟਰੀ ਉਡਾਨਾਂ ਇਸ ਵਕਤ ਚੱਲ ਰਹੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਸਰਕਾਰੀ ਨਿਵਾਸ ਸਥਾਨ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦਾ ਕੰਮਕਾਜ ਦਾ ਜਾਇਜ਼ਾ ਲੈਣ ਦੇ ਵਾਸਤੇ ਦਰਅਸਲ ਇਹ ਮੀਟਿੰਗ ਰੱਖੀ ਸੀ ਤੇ ਉਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਨੇ ਆਖਿਆ ਹੈ ਕਿ ਕੈਨੇਡਾ ਨੂੰ, ਅਮਰੀਕਾ ਨੂੰ, ਨਿਊਜ਼ੀਲੈਂਡ ਨੂੰ, ਆਸਟ੍ਰੇਲੀਆ ਨੂੰ, ਬਰਤਾਨੀਆ ਨੂੰ, ਵੱਖ-ਵੱਖ ਮੁਲਕਾਂ ਨੂੰ ਕਿਉਂ ਉਡਾਨਾਂ ਇੱਥੋਂ ਸ਼ੁਰੂ ਨਹੀਂ ਕੀਤੀਆਂ ਗਈਆਂ, ਜਦੋਂ ਕਿ ਪੰਜਾਬ ਦੇ ਬਹੁਤ ਸਾਰੇ ਲੋਕ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ ਵਸੇ ਹੋਏ ਨੇ, ਜਿਸ ਕਰਕੇ ਵਿਦੇਸ਼ਾਂ 'ਚ ਵਸਦੇ ਪੰਜਾਬੀ ਭਾਈਚਾਰੇ ਨੂੰ ਪੰਜਾਬ 'ਚ ਆਪਣੇ ਜੱਦੀ ਸਥਾਨਾਂ ਤੇ ਬਗੈਰ ਕਿਸੇ ਦਿੱਕਤ ਤੋਂ ਜਾਣ ਵਾਸਤੇ, ਆਉਣ ਵਾਸਤੇ ਉਪਰਾਲੇ ਹੋਰ ਕਰਨੇ ਚਾਹੀਦੇ ਨੇ। ਉਹਨਾਂ ਨੂੰ ਸੁਵਿਧਾਵਾਂ ਹੋਰ ਮਿਲਣੀਆਂ ਚਾਹੀਦੀਆਂ ਨੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਖੇਤੀ ਤੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਦੇਣ ਦੇ ਵਾਸਤੇ ਉਹਨਾਂ ਨੇ ਆਖਿਆ ਕਿ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਉਡਾਨਾਂ ਤਾਂ ਤੁਰੰਤ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ ਨਾ। ਸੋ ਇਸ ਵਾਸਤੇ ਉਹਨਾਂ ਨੇ ਆਖਿਆ ਕਿ ਉਹਨਾਂ ਦੇ ਬਾਬਤ ਵੀ ਗੱਲਬਾਤ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਖੁੱਲ੍ਹੀ ਮੰਡੀ ਬਣਾਇਆ ਜਾ ਸਕੇ। ਪੰਜਾਬ ਦਾ ਕਿਸਾਨ ਖੁਸ਼ਹਾਲ ਤਦੇ ਹੋਵੇਗਾ ਜੇ ਉਹਦੀਆਂ ਜਿਣਸਾਂ ਕਿਤੇ ਬਾਹਰ ਜਾ ਕੇ ਵਿਕਣੀਆਂ ਸ਼ੁਰੂ ਹੋਣ। ਉਹਦੇ ਵਾਸਤੇ ਕਾਰਗੋ ਉਡਾਨਾਂ ਦਾ ਇੱਥੋਂ ਸ਼ੁਰੂ ਹੋਣਾ ਬਹੁਤ ਲਾਜ਼ਮੀ ਹੈ। ਉਹਨਾਂ ਨੇ ਆਖਿਆ ਕਿ ਕਿਸਾਨ ਹਿਤੈਸ਼ੀ ਅਸੀਂ ਇਹ ਕਦਮ ਦੁਨੀਆ ਭਰ ਦੇ ਵਿੱਚ ਖੁਰਾਕੀ ਵਸਤਾਂ ਦੀ ਬਰਾਮਦ ਨੂੰ ਅਤ ਲੋੜੀਂਦਾ ਹੁਲਾਰਾ ਦੇਣ ਦੇ ਵਾਸਤੇ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਦੇ ਵਿੱਚ ਹੋਰ ਵਾਧਾ ਕਰਨ ਦੇ ਵਾਸਤੇ ਮਦਦਗਾਰ ਸਾਬਤ ਹੋਏਗਾ ਕਿ ਇਸ ਪਾਸੇ ਕਦਮ ਵਧਾਉਣੇ ਚਾਹੀਦੇ ਹੈ। ਉਹਨਾਂ ਨੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਮ ਦਾ ਵੀ ਜ਼ਿਕਰ ਕੀਤਾ। ਉਹ ਕਹਿੰਦੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਇਹਨੂੰ ਰੱਖਣ ਦੇ ਵਾਸਤੇ ਵਿਆਪਕ ਰੂਪ ਦੇ ਵਿੱਚ ਸਹਿਮਤੀ ਬਣਾਉਣ ਲਈ ਵਿਭਾਗ ਨੂੰ ਤੁਰੰਤ ਹਰਿਆਣਾ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਨਾਲ ਮੀਟਿੰਗ ਕਰਨ ਵਾਸਤੇ ਵੀ ਆਖਿਆ ਹੈ। ਤੇ ਉਧਰ ਮੁੱਖ ਮੰਤਰੀ ਨੇ ਹਲਵਾਰਾ ਦੇ ਵਿੱਚ, ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ, ਕਿ ਅੰਤਰਰਾਸ਼ਟਰੀ ਸਿਵਲ ਇਨਕਲੇਵ ਨੂੰ ਛੇਤੀ ਤੋਂ ਛੇਤੀ ਚਾਲੂ ਕਰਨ ਲਈ ਵੀ ਆਖਿਆ, ਜਿਹਦੇ ਨਾਲ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਉਦਯੋਗਿਕ ਧੁਰੇ ਲੁਧਿਆਣਾ ਦੇ ਆਸ-ਪਾਸ ਵਪਾਰਕ ਅਤੇ ਉਦਯੋਗਿਕ ਗਤੀਵਿਧੀਆਂ ਸ਼ੁਰੂ ਹੋਣਗੀਆਂ, ਉਹਦੇ ਨਾਲ ਵੀ ਵੱਡਾ ਹੁਲਾਰਾ ਮਿਲੂਗਾ। ਹੁਣ ਮੁੱਖ ਮੰਤਰੀ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਮਸਲੇ ਦੇ ਉੱਤੇ ਫੌਰੀ ਤੌਰ ਤੇ ਜੋ ਵੀ ਕੁਝ ਕਰਨਾ ਹੈ ਉਹਨੂੰ ਕੀਤਾ ਜਾਵੇ। ਤੇ ਨਾਲ ਹੀ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ ਉਹਨਾਂ ਨੂੰ ਪੇਸ਼ੇਵਰ ਸਿਖਲਾਈ ਪ੍ਰਾਪਤ ਪਾਇਲਟ ਦੇ ਵਜੋਂ ਪੂਰੀ ਤਰ੍ਹਾਂ ਲੈਸ ਹੋਣ ਲਈ ਵੀ ਉਡਾਨਾਂ ਦੀ ਸਿਖਲਾਈ ਦੇਣ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਤਰਜੀਹ ਦੇਣ ਵਾਸਤੇ ਰੂਪਰੇਖਾ ਤਿਆਰ ਕਰਨ ਵਾਸਤੇ ਵੀ ਆਖ ਦਿੱਤਾ ਹੈ। ਇਸੇ ਤਰ੍ਹਾਂ ਇਹ ਕੌਂਸਲ ਸਥਾਨਕ ਨੌਜਵਾਨਾਂ ਨੂੰ, ਭਾਵ ਪੰਜਾਬ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਉਡਾਨਾਂ ਦੀ ਸਿਖਲਾਈ ਦੇਣ ਵਿੱਚ ਵੀ ਸਹਾਇਕ ਸਿੱਧ ਹੋਏਗੀ। ਤੇ ਹੁਣ ਆਹ ਜਿਹੜੀਆਂ ਗੱਲਾਂ ਨੇ, ਉਹ ਕਹਿੰਦੇ ਜਦੋਂ ਕਿਸੇ ਨੌਜਵਾਨ ਨੇ ਟ੍ਰੇਨਿੰਗ ਲੈਣੀ ਹੁੰਦੀ ਹੈ ਤੇ ਫਲਾਈਟ ਟ੍ਰੇਨਿੰਗ ਲਈ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਜਾਣਾ ਪੈਂਦਾ, ਇੱਥੋਂ ਤੱਕ ਕਈਆਂ ਨੂੰ ਵਿਦੇਸ਼ਾਂ 'ਚ ਜਾਣਾ ਪੈਂਦਾ। ਪਰ ਇਹਦੇ ਨਾਲ ਕਹਿੰਦੇ ਆਪਣੇ ਹੀ ਸੂਬੇ ਦੇ ਅੰਦਰ ਕਿਫਾਇਤੀ ਦਰਾਂ ਤੇ ਜੇਕਰ ਇਹ ਸਿਖਲਾਈ ਮੁਹੱਈਆ ਹੋਵੇ ਤਾਂ ਦੋਵੇਂ ਪਾਸਿਆਂ ਨੂੰ, ਦੋਵੇਂ ਧਿਰਾਂ ਨੂੰ ਇਹਦਾ ਫਾਇਦਾ ਹੋਵੇਗਾ। ਵੇਖਦੇ ਹਾਂ ਕਿ ਉਹਨਾਂ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਆ ਕਿ ਆਹ ਕੁਝ ਕੰਮ ਨੇ ਜਿਹਦੇ ਨਾਲ ਪੰਜਾਬ ਨੂੰ, ਜਿਹਦੇ ਨਾਲ ਪੰਜਾਬੀਆਂ ਨੂੰ, ਜਿਹਦੇ ਨਾਲ ਕਿਸਾਨਾਂ ਨੂੰ, ਸਾਰਿਆਂ ਨੂੰ ਫਾਇਦਾ ਹੋਏਗਾ ਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਫਾਇਦਾ ਹੋਏਗਾ। ਵੇਖਦੇ ਹਾਂ ਕਿ ਇਸ ਆਸ ਨੂੰ ਬੂਰ ਕਦ ਪੈਂਦਾ। ਤੇ ਦੂਸਰੇ ਪਾਸੇ ਦਿੱਲੀ ਜਾਏ ਹੋਣੇ ਆਪਾਂ। ਦਿੱਲੀ ਨੂੰ ਨਵਾਂ ਉਪ ਰਾਜਪਾਲ ਮਿਲ ਗਿਆ। ਵਿਨੇ ਕੁਮਾਰ ਸਕਸੈਨਾ ਨੂੰ ਕੇਂਦਰ ਸਰਕਾਰ ਨੇ ਨਵਾਂ LG ਰਾਸ਼ਟਰੀ ਖਾਦੀ ਵਿਕਾਸ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਵਿਨੇ ਕੁਮਾਰ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਹੈ। ਇਹ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਅਨਿਲ ਬੈਜਲ ਦਿੱਲੀ ਦੇ ਉਪ ਰਾਜਪਾਲ ਸੀ। ਭਾਰਤ ਸਰਕਾਰ ਨੇ ਅਨਿਲ ਬੈਜਲ ਦਾ ਅਸਤੀਫਾ ਸਵੀਕਾਰ ਕਰ ਲਿਆ ਕਿਉਂਕਿ ਬੀਤੇ ਦਿਨੀ ਉਹਨਾਂ ਨੇ ਆਪਣਾ ਅਸਤੀਫਾ ਕੁਝ ਆਪਣੀਆਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਸੀ। ਉਹਦੇ ਤੋਂ ਬਾਅਦ ਆਪਣੇ ਆਦੇਸ਼ ਦੇ ਵਿੱਚ ਕਿਹਾ ਗਿਆ ਕਿ ਹੁਣ ਦਿੱਲੀ ਦੇ ਵਿੱਚ ਨਵੇਂ LG ਕੁਮਾਰ ਸਕਸੈਨਾ, ਵਿਨੇ ਕੁਮਾਰ ਸਕਸੈਨਾ ਹੋਣਗੇ। ਪਰ ਵੇਖਦੇ ਹਾਂ ਕਿ ਪਹਿਲੇ LG ਸਾਹਿਬ ਦਾ ਤੇ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਵਿੱਚ 36 ਦਾ ਅੰਕੜਾ ਰਿਹਾ ਹੈ। ਦਿੱਲੀ ਸਰਕਾਰ ਕੋਈ ਫੈਸਲਾ ਲੈਂਦੀ ਸੀ, ਰੋਕ ਲਾ ਦਿੰਦੇ ਸੀ, ਇੱਥੋਂ ਤੱਕ ਕਿ ਕਈ ਵਾਰੀ ਸੁਪਰੀਮ ਕੋਰਟ ਦੇ ਦਰਵਾਜ਼ੇ ਵੀ ਖੜਕਾਉਣੇ ਪਏ। ਆਹ ਦੇਖਦੇ ਹਾਂ ਵਿਨੇ ਕੁਮਾਰ ਸਕਸੈਨਾ ਅਤੇ ਉਧਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਚੱਲ ਰਹੀ ਹੈ ਕਿ ਆਪਸ ਦੇ ਵਿੱਚ ਕਿੰਨਾ ਕੁ ਤਾਲਮੇਲ ਬਿਠਾ ਕੇ ਕੰਮ ਕਰਦੇ ਹੈ। ਤੇ ਆਹ ਖਬਰ ਹੈ ਜਿਹੜੀ ਕਾਫੀ ਮਹੱਤਵਪੂਰਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਅਮਰਪਾਲ ਸਿੰਘ ਬੋਨੀ ਹੋਰਾਂ ਨੂੰ
ਡਰੱਗ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜਿਹੜੇ ਇਸ ਵਕਤ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ, ਹਵਾਲਾਤੀ ਨੇ, ਉਹਨਾਂ ਦੇ ਖਿਲਾਫ ਗਵਾਹੀ ਦੇਣੀ ਕਾਫੀ ਭਾਰੀ ਪੈ ਰਹੀ ਹੈ। ਅਮਰਪਾਲ ਸਿੰਘ ਬੋਨੀ ਹੋਰਾਂ ਨੇ ਕੁਝ ਇੱਕ ਬੀਤੇ ਦਿਨੀ ਵੀ ਖੁਲਾਸੇ ਕੀਤੇ ਸੀ ਔਰ ਹਾਈ ਕੋਰਟ ਦੇ ਵਿੱਚ ਆਲਰੇਡੀ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਹਨਾਂ ਨੇ ਆਖਿਆ ਕਿ ਉਹਨਾਂ ਨੂੰ, ਉਹਨਾਂ ਦੇ ਪਰਿਵਾਰ ਨੂੰ ਇੱਕ ਇੰਟਰਨੈਸ਼ਨਲ ਨੰਬਰ ਹੈ, ਉਹਦੇ ਤੋਂ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਮਿਲੀਆਂ ਨੇ। ਥਾਣਾ ਰਣਜੀਤ ਐਵਨਿਊ ਦੀ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਹੁਣ ਮੁਕੱਦਮਾ ਦਰਜ ਕਰ ਲਿਆ ਹੈ। ਇੰਸਪੈਕਟਰ ਜਸਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਸਾਈਬਰ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਨੰਬਰ ਕਿੱਥੋਂ ਦਾ ਸੀ, ਕਿਹਨੇ ਉਸ ਨੰਬਰ ਤੋਂ ਫੋਨ ਕੀਤਾ। ਤੇ ਪੁਲਿਸ ਨੂੰ ਅਮਰਪਾਲ ਸਿੰਘ ਬੋਨੀ ਹੋਰਾਂ ਨੇ ਦੱਸਿਆ ਕਿ ਸ਼ਨੀਚਰਵਾਰ ਦੁਪਹਿਰ ਦਾ ਵਕਤ ਸੀ, ਉਹ ਆਪਣੇ ਰਣਜੀਤ ਐਵਨਿਊ ਵਾਲੇ ਘਰ ਦੇ ਵਿੱਚ ਆਰਾਮ ਫਰਮਾ ਰਹੇ ਸੀ। ਇਸੇ ਦੌਰਾਨ ਉਹਨਾਂ ਦੇ ਮੋਬਾਈਲ ਦੇ ਉੱਤੇ ਇੱਕ ਇੰਟਰਨੈਸ਼ਨਲ ਕਾਲ ਆਉਂਦੀ ਹੈ ਤੇ ਫੋਨ ਕਰਨ ਵਾਲਾ ਆਪਣੀ ਪਛਾਣ ਗੱਬਰ ਦੱਸ ਰਿਹਾ ਸੀ ਅਤੇ ਉਹ ਕਹਿ ਰਿਹਾ ਸੀ ਕਿ ਅਮਰਪਾਲ ਸਿੰਘ ਬੋਨੀ ਨੂੰ ਬਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਗਵਾਹੀ ਦੇ ਕੇ ਚੰਗਾ ਨਹੀਂ ਕੀਤਾ, ਇਸ ਕਰਕੇ ਤੂੰ ਆਪਣਾ ਤੇ ਆਪਣੇ ਪਰਿਵਾਰ ਦਾ ਹੁਣ ਪੜਿਆ ਵਿਚਾਰ। ਕਹਿਣ ਦਾ ਭਾਵ ਤੇਰਾ ਤੇ ਤੇਰੇ ਪਰਿਵਾਰ ਦਾ ਨੁਕਸਾਨ ਹੋਣਾ ਲਾਜ਼ਮੀ ਹੈ। ਧਮਕੀ ਦਿੱਤੀ ਗਈ ਤੇ ਆਖਿਆ ਕਿ ਦੁਰਵਿਹਾਰ ਕਰਾਂਗੇ। ਹੁਣ ਮਸਲਾ ਕੀ ਹੈ, ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਅਮਰਪਾਲ ਸਿੰਘ ਬੋਨੀ ਹੋਰਾਂ ਨੇ ਕੁਝ ਕੁ ਦਿਨ ਪਹਿਲਾਂ ਡਰੱਗ ਮਾਮਲੇ ਦੇ ਵਿੱਚ ਸਿੱਟ ਦੇ ਸਾਹਮਣੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਗਵਾਹੀ ਦੇ ਦਿੱਤੀ ਸੀ। ਹਾਲਾਂਕਿ ਇਹਦੇ ਤੋਂ ਪਹਿਲਾਂ ADGP ਸੁਰੱਖਿਆ ਦੇ ਹੁਕਮਾਂ ਤੇ ਉਹਨਾਂ ਦੀ ਸੁਰੱਖਿਆ ਲਈ 4 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹੋਏ ਸੀ, ਪਰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਧਮਕੀ ਦਿੱਤੇ ਜਾਣ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਦੇ ਵਿੱਚ 4 ਹੋਰ ਭਾਵ ਕੁੱਲ 8 ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਸੀ ਤੇ ਨਾਲ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਸੀ। ਤੇ ਬਹੁਤ ਅਹਿਮ ਸੀ, ਉਸ ਪਟੀਸ਼ਨ ਦੇ ਵਿੱਚ ਜ਼ਿਕਰ ਹੈ ਕਿ ਮੈਂ ਆਹ ਗਵਾਹੀ ਦੇ ਕੇ ਤਾਂ ਯੱਬ ਖੜਾ ਕਰ ਲਿਆ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ, ਪਹਿਲਾਂ ਗਵਾਹੀ ਇੱਕ ਵਾਰੀ ਦੇ ਦਿੱਤੀ ਸੀ, ਬਾਅਦ ਚ ਪਲਟ ਵੀ ਗਏ ਸੀ, ਸਟੇਜਾਂ ਸਾਂਝੀਆਂ ਕਰ ਰਹੇ ਸੀ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ। ਹੁਣ ਮਜੀਠੀਆ ਜੇਲ੍ਹ ਤੇ ਬਾਬੂ ਰੇਲ 'ਚ ਇਹਨਾਂ ਨੇ ਇੱਕ ਵਾਰੀ ਫਿਰ ਉਸੇ ਤਰ੍ਹਾਂ ਦੀਆਂ ਗਵਾਹੀਆਂ ਤੇ ਇੱਥੋਂ ਤੱਕ ਆਖ ਦਿੱਤਾ ਉਸ ਪਟੀਸ਼ਨ ਦੇ ਵਿੱਚ ਕਿ ਜਦੋਂ ਮੈਂ DSP ਦੇ ਸਾਹਮਣੇ ਗਵਾਹੀ ਦਰਜ ਕਰਵਾਉਣ ਗਿਆ ਸੀ, DSP ਸਾਹਿਬ ਨੇ ਕਿਹਾ ਤੁਹਾਨੂੰ ਪਤਾ ਹੈ ਕਿ ਤੁਸੀਂ ਗਵਾਹੀ ਕਿਹਦੇ ਖਿਲਾਫ ਦੇ ਰਹੇ ਹੋ, ਇਹਦੇ ਨਤੀਜੇ ਕੀ ਹੋ ਸਕਦੇ ਨੇ। ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਕਮੈਂਟ ਸਨ ਔਰ ਉਹ ਵੀ ਇੱਕ DSP ਆਖੇ। ਤੇ ਦੂਸਰੀ ਗੱਲ ਫਿਰ ਪਟੀਸ਼ਨ ਦੇ ਵਿੱਚ ਬੋਨੀ ਹੋਰਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਜੋ ਕੁਝ ਮੈਂ ਦੱਸਣਾ ਚਾਹੁੰਦਾ ਸੀ ਮੈਂ ਡਰ ਗਿਆ ਸੀ, ਹਾਲਾਂਕਿ ਉਹ ਮੈਂ ਦੱਸ ਵੀ ਨਹੀਂ ਸਕਿਆ, ਪਰ ਉਹਨਾਂ ਨੇ ਇਲਜ਼ਾਮ ਬਿਕਰਮ ਸਿੰਘ ਮਜੀਠੀਆ ਤੇ ਲਾਏ। ਇਹਦਾ ਮਤਲਬ ਉਧਰ ਮਜੀਠੀਆ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਜ਼ਮਾਨਤ ਦਿੱਤੀ ਜਾਵੇ ਤੇ ਨਾਲ ਉਹਨਾਂ ਦੇ ਅੰਦਰਲੀ ਮਨਸ਼ਾ ਇਹ ਵੀ ਹੈ, ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਇਹ ਕੇਸ ਹੀ ਮੇਰੇ ਖਿਲਾਫ ਸਿਆਸੀ ਰੰਜਿਸ਼ ਦੇ ਕਾਰਨ ਹੈ, ਇਹ ਰੱਦ ਕੀਤਾ ਜਾਵੇ। ਪਰ ਬੋਨੀ ਅਜਨਾਲਾ ਨੂੰ ਮਿਲ ਰਹੀਆਂ ਧਮਕੀਆਂ, ਉਹਨਾਂ ਵੱਲੋਂ ਦਿੱਤੇ ਜਾ ਰਹੇ ਬਿਆਨ, ਲੱਗਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ 'ਚ ਵੀ ਵਾਧਾ ਕਰਨਗੇ। ਹੋ ਸਕਦਾ ਉਹਨਾਂ ਦੀ ਜ਼ਮਾਨਤ ਖਾਰਜ ਹੋ ਜਾਏ। ਉਹ ਵੇਖਦੇ ਹਾਂ ਕਿ ਇਸ ਮਸਲੇ ਦੇ ਆਧਾਰ ਬਣਾ ਕੇ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਜਾਂ ਪ੍ਰਸ਼ਾਸਨ ਕਿਸ ਤਰ੍ਹਾਂ ਦੇ ਕਦਮ ਉਠਾਉਂਦਾ ਹੈ। ਨਵਜੋਤ ਸਿੰਘ ਸਿੱਧੂ ਵੀ ਉਸੇ ਜੇਲ੍ਹ ਵਿੱਚ ਨੇ ਜਿੱਥੇ ਬਿਕਰਮ ਸਿੰਘ ਮਜੀਠੀਆ ਨੇ। ਫਰਕ ਇਹ ਹੈ ਕਿ ਉਹ ਹਵਾਲਾਤੀ, ਉਹ ਕੈਦੀ ਹੈ। ਹੁਣ ਖਬਰ ਮਿਲ ਰਹੀ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਪਟਿਆਲਾ ਆ ਸਕਦੇ ਹੈ ਅਤੇ ਪਟਿਆਲਾ ਜੇਲ੍ਹ ਦੇ ਵਿੱਚ ਨਜ਼ਰਬੰਦ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਸਕਦੇ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਵੀ ਪ੍ਰਿਯੰਕਾ ਗਾਂਧੀ ਨੇ ਸਿੱਧੂ ਨੂੰ ਜੇਲ੍ਹ ਜਾਣ ਤੋਂ ਪਹਿਲਾਂ ਹੌਸਲਾ ਬਣਾ ਕੇ ਰੱਖਣ ਵਾਸਤੇ, ਤਕੜੇ ਰਹਿਣ ਦੇ ਵਾਸਤੇ, ਹਾਲਾਤਾਂ ਦਾ ਮੁਕਾਬਲਾ ਕਰਨ ਦੇ ਵਾਸਤੇ ਫੋਨ ਕੀਤਾ ਸੀ, ਆਖਿਆ ਸੀ ਤੁਹਾਡੇ ਨਾਲ ਖੜੇ ਹਾਂ। ਇਹਦੋਂ ਤੋਂ ਇਲਾਵਾ ਹੁਣ ਚਰਚਾ ਇਹ ਵੀ ਹੈ, ਹਾਲਾਂਕਿ ਮੈਂ ਉਸ ਦਿਨ ਟਿੱਪਣੀ ਕੀਤੀ ਸੀ ਕਿ ਸੂਬਾ ਪ੍ਰਧਾਨ ਨੂੰ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਆਖਰੀ ਵਕਤ, ਕਿਉਂਕਿ ਉਸ ਵਕਤ ਉਹ ਪਟਿਆਲਾ ਦੇ ਨੇੜੇ ਹੀ ਮੀਟਿੰਗਾਂ ਕਰਦੇ ਫਿਰਦੇ ਸੀ। ਕਿਉਂਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਕੋਈ ਵਕਤ ਸੀ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਬੜੇ ਕਰੀਬੀ ਸੀ, ਪਰ ਬਾਅਦ ਦੇ ਵਿੱਚ ਜਿਹੜੀਆਂ ਦੂਰੀਆਂ ਪਈਆਂ ਉਹ ਵੀ ਲੁਕੀਆਂ ਛਿਪੀਆਂ ਨਹੀਂ। ਰਾਹੁਲ ਗਾਂਧੀ ਇਸ ਵਕਤ ਵਿਦੇਸ਼ ਤੇ ਨੇ, ਵਿਦੇਸ਼ ਯਾਤਰਾ ਤੇ ਨੇ। ਇਸ ਕਰਕੇ ਉਮੀਦ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪ੍ਰਿਯੰਕਾ ਗਾਂਧੀ ਮੁਲਾਕਾਤ ਕਰਨ ਵਾਸਤੇ ਪਟਿਆਲੇ ਕਿਸੇ ਦੇ ਵੀ ਦਿਨ ਆ ਸਕਦੇ ਹੈ। ਤੇ ਦੂਸਰੇ ਪਾਸੇ ਰਾਜਾ ਵੜਿੰਗ ਅਤੇ ਸੂਬਾ ਕਾਂਗਰਸ ਦੇ ਐਕਟਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਉਮੀਦ ਹੈ ਕਿ ਅੱਜ ਨਵਜੋਤ ਸਿੰਘ ਸਿੱਧੂ ਨਾਲ ਪਟਿਆਲਾ ਜੇਲ੍ਹ ਵਿੱਚ ਮੁਲਾਕਾਤ ਕਰ ਸਕਦੇ ਆ। ਪਤਾ ਲੱਗਾ ਕਿ ਜੇਲ੍ਹ ਦੇ ਮੈਨੂਅਲ ਮੁਤਾਬਕ ਮੰਗਲਵਾਰ ਅਤੇ ਸ਼ੁੱਕਰਵਾਰ ਸਿੱਧੂ ਨਾਲ ਮੁਲਾਕਾਤ ਹੋ ਸਕਦੀ ਹੈ, ਜਿਸ ਤੇ ਕਰਕੇ ਕਾਂਗਰਸ ਦੇ ਕੁਝ ਹੋਰ ਵੀ ਆਗੂ, ਕੁਝ ਵੱਡੇ ਆਗੂ, ਕੁਝ ਛੋਟੇ ਆਗੂ ਨਵਜੋਤ ਸਿੰਘ ਸਿੱਧੂ ਦੇ ਨਾਲ
ਅੱਜ ਪਟਿਆਲਾ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਵਾਸਤੇ ਰੁਖ ਕਰ ਸਕਦੇ ਆ। ਵੇਖਾਂਗੇ ਕਿ ਅੱਜ ਮੰਗਲਵਾਰ ਦੇ ਦਿਨ ਕੋਈ ਆਗੂ ਸੱਚਮੁੱਚ ਜਾਂਦਾ, ਪਰ ਖਬਰਾਂ ਆ ਰਹੀਆਂ ਨੇ ਕਿ ਭਾਰਤ ਭੂਸ਼ਣ ਆਸ਼ੂ, ਰਾਜਾ ਵੜਿੰਗ ਅਤੇ ਕੁਝ ਹੋਰ ਆਗੂਆਂ ਦੇ ਪਟਿਆਲਾ ਜੇਲ੍ਹ ਦੇ ਵਿੱਚ ਜਾਣ ਦੀਆਂ ਸੰਭਾਵਨਾਵਾਂ ਨੇ। ਤੇ ਹੁਣ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅੱਜ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਰਾਂ ਨੇ ਆਖਿਆ ਕਿ ਜਿਹੜੀ ਕੈਪਟਨ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਬੱਸ ਦੇ ਵਿੱਚ, ਸਰਕਾਰੀ ਬੱਸਾਂ 'ਚ ਮੁਫਤ ਬੱਸ ਸਰਵਿਸ ਦਿੱਤੀ ਸੀ, ਉਹ ਸੁਵਿਧਾ ਦਿੱਤੀ ਸੀ, ਉਹ ਐਵੇਂ ਅਫਵਾਹ ਹੈ ਕਿ ਅਸੀਂ ਵਾਪਸ ਲੈ ਰਹੇ ਹਾਂ। ਨਹੀਂ, ਉਹ ਹਾਲ ਦੀ ਘੜੀ ਚੱਲਦੀ ਰਹੇਗੀ। ਹੁਣ ਇਹ ਮਹਿੰਗੀ ਕਿੰਨੀ ਕੁ ਪੈ ਰਹੀ ਹੈ ਸਰਕਾਰ ਨੂੰ ਜਾਂ ਤੁਹਾਨੂੰ? ਹੁਣ ਇਹਦੇ ਦੋ ਚੀਜ਼ਾਂ ਹੁੰਦੀਆਂ ਨੇ। ਪਹਿਲੂ, ਮੰਨ ਲਓ ਤੁਸੀਂ ਜਾਂ ਤੁਹਾਡੇ ਘਰ ਦੀ ਕੋਈ ਵੀ ਤ੍ਰੀਮਤ ਕੋਈ ਮਹਿਲਾ ਕਿਸੇ ਸਰਕਾਰੀ ਬੱਸ ਸਫ਼ਰ ਨਹੀਂ ਕਰ ਰਹੀ, ਪਰ ਪੈਸੇ ਉਹਦੇ ਵੀ ਤੁਹਾਨੂੰ ਦੇਣੇ ਪੈ ਰਹੇ ਨੇ। ਗੱਲ ਸਮਝਣ ਦੀ ਲੋੜ ਹੈ। ਔਰਤਾਂ ਦੇ ਮੁਫਤ ਜਿਹੜੀ ਇਹ ਬੱਸ ਸਰਵਿਸ ਦਿੱਤੀ ਹੋਈ ਹੈ, 7 ਮਹੀਨਿਆਂ ਤੋਂ ਚੱਲੇ ਆ ਰਹੇ ਪੁਰਾਣੇ ਬਿੱਲ 300 ਕਰੋੜ ਦਾ ਅੰਕੜਾ ਪਾਰ ਕਰ ਚੁੱਕੇ ਹੈ। ਮੈਨੂੰ ਲੱਗਦਾ ਹੈ ਦਿਨ ਤਾਂ 5-7 ਰਹਿ ਗਏ ਹੈ, ਤਕਰੀਬਨ ਹਫ਼ਤਾ ਰਹਿ ਗਿਆ ਮਹੀਨਾ ਖਤਮ ਹੋਣ 'ਚ। ਅਗਲੇ ਬਿੱਲ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਪਰ ਇੰਨੀ ਵੱਡੀ ਰਕਮ ਹਾਲੇ ਵੀ ਖੜੀ ਹੈ। ਮਹਿਕਮੇ ਦੇ ਵੱਲੋਂ 6ਵੇਂ ਹਿੱਸੇ ਦੇ ਲਗਭਗ ਬਣਦੇ 59 ਕਰੋੜ ਰੁਪਏ ਜਾਰੀ ਵੀ ਕੀਤੇ ਗਏ ਹੈ। ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਜਾਂ ਮਜ਼ੇ ਦੀ ਗੱਲ ਇਹ ਹੈ ਕਿ 7 ਮਹੀਨਿਆਂ ਤੋਂ ਬਾਅਦ ਰਿਲੀਜ਼ ਕੀਤੇ 59 ਕਰੋੜ ਰੁਪਏ, ਉਹਨਾਂ ਦੇ ਵਿੱਚੋਂ 30 ਕਰੋੜ ਰੁਪਏ ਮਹਿਕਮੇ ਵੱਲੋਂ ਖਰਚ ਵੀ ਝਟਪਟ ਦਿੱਤੇ ਗਏ। ਹਾਲੇ ਬਹੁਤ ਸਾਰੇ ਖਰਚੇ ਹੋਣੇ ਬਾਕੀ ਹੈ। ਕਾਰਨ ਕੀ ਹੈ? ਜਦੋਂ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਰਕਾਰ ਸੀ, ਕਦੇ ਬੱਕਰੀਆਂ ਚੋਂਦੇ ਫਿਰਦੇ ਸੀ, ਕਦੇ ਕੁਝ ਹੋਰ ਕਰਦੇ ਫਿਰਦੇ ਸੀ, ਪਰ ਉਹਨਾਂ ਦੀ ਸਰਕਾਰ ਨੇ ਔਰਤਾਂ ਦੇ ਮੁਫਤ ਬੱਸ ਸਰਵਿਸ ਵਾਲਾ ਬਿੱਲਾਂ ਦਾ ਭੁਗਤਾਨ ਹੀ ਨਹੀਂ ਕੀਤਾ। ਉਹ ਬਿੱਲ ਭੁਗਤਾਨ ਨਾ ਕਰਨ ਦੇ ਕਾਰਨ ਵਿਭਾਗ ਦੇ ਵੱਲੋਂ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਕਿ ਰਕਮ ਰਿਲੀਜ਼ ਕਰ ਦਿਓ, ਪਰ ਰਿਲੀਜ਼ ਕੀਤੀ ਨਾ ਗਈ। ਉਹ ਤੋਂ ਬਾਅਦ ਸਰਕਾਰ ਬਦਲ ਗਈ। ਸਰਕਾਰ ਬਦਲਣ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਨੇ ਨਵੇਂ ਟਰਾਂਸਪੋਰਟ ਮੰਤਰੀ ਦੇ ਸਾਹਮਣੇ ਵੀ ਇਹ ਮਾਮਲਾ ਚੁੱਕ ਲਿਆ, ਪਰ ਹੁਣ ਆਉਣ ਸਾਰ ਸਰਕਾਰ ਸਾਰਾ ਕੰਮ ਇੱਕੋ ਹੀ ਦਮ ਕਿਵੇਂ ਨਿਪਟਾ ਦੇਵੇ। ਬਿੱਲਾਂ ਦੇ ਰਿਲੀਜ਼ ਹੋਣ ਦਾ ਕੰਮ ਫਿਰ ਲਟਕਦਾ ਗਿਆ। ਫੰਡ ਨਾ ਹੋਣ ਦੇ ਕਾਰਨ ਮਹਿਕਮੇ ਦੇ ਵੱਲੋਂ ਠੇਕੇ ਤੇ ਆਊਟਸੋਰਸ ਕਰਮਚਾਰੀਆਂ ਦੀ ਤਨਖਾਹ ਨਾ ਦਿੱਤੀ ਜਾ ਸਕੀ। ਲਗਭਗ 18 ਦਿਨਾਂ ਬਾਅਦ ਵੀ ਖਬਰ ਮਿਲੀ ਸੀ ਕਿ ਤਨਖਾਹ ਨਹੀਂ ਸੀ ਮਿਲੀ, ਜਿਸ ਦੇ ਕਾਰਨ ਬੀਤੇ ਦਿਨੀ ਨਾਰਾਜ਼ ਰੋਡਵੇਜ਼ ਪਨਬੱਸ ਯੂਨੀਅਨ ਦੇ ਕਰਮਚਾਰੀਆਂ ਦੇ ਵੱਲੋਂ ਬੱਸਾਂ ਦਾ ਚੱਕਾ ਵੀ ਜਾਮ ਕੀਤਾ ਗਿਆ ਸੀ, ਜਿਹਦੇ ਤੋਂ ਬਾਅਦ ਖਬਰਾਂ ਸੀ ਕਿ ਕਾਹਲੀ ਦੇ ਵਿੱਚ ਮਹਿਕਮੇ ਨੇ 59 ਕਰੋੜ ਰੁਪਏ ਦੀ ਰਕਮ ਰਿਲੀਜ਼ ਵੀ ਕੀਤੀ। ਉਹਦੇ ਵਿੱਚੋਂ 26 ਕਰੋੜ ਰੁਪਏ ਰੋਡਵੇਜ਼ ਪਨਬੱਸ ਦੇ ਖਾਤੇ ਵਿੱਚ ਆਏ, ਜਦੋਂ ਕੋਈ ਪੀਆਰਟੀਸੀ ਨੂੰ ਆਪਣੇ ਬਿੱਲਾਂ ਵਿੱਚੋਂ 33 ਕਰੋੜ ਰੁਪਏ ਦਾ ਭੁਗਤਾਨ ਹੋਇਆ। ਮਹਿਕਮੇ ਦੇ ਵੱਲੋਂ ਤਨਖਾਹ ਤੇ ਜਾਂ ਹੋਰ ਕੁਝ ਖਰਚਿਆਂ ਤੇ 30 ਕਰੋੜ ਰੁਪਏ ਇੱਕੋ ਝਟਕੇ ਦੇ ਵਿੱਚ ਉੜ ਗਏ ਆ, ਖਰਚ ਕਰ ਦਿੱਤੇ ਉਹਨਾਂ ਨੇ। ਲੋੜ ਸੀ ਉਹਨਾਂ ਨੂੰ। ਹੁਣ ਅਧਿਕਾਰੀ ਕੀ ਦੱਸਦੇ ਆ? ਅਧਿਕਾਰੀਆਂ ਦੇ ਮੁਤਾਬਕ ਰੋਡਵੇਜ਼ ਪਨਬੱਸ ਅਧਿਕਾਰੀ ਦੀ ਤਨਖਾਹ 7 ਕਰੋੜ, ਜਦਕਿ ਪੀਆਰਟੀਸੀ ਤਨਖਾਹ 14 ਕਰੋੜ ਦੇ ਕਰੀਬ ਬਣਦੀ ਹੈ। ਪਿਛਲੇ ਸਮੇਂ ਦੇ ਦੌਰਾਨ ਰਕਮ ਨਾ ਜਾਰੀ ਹੋਣ ਦੇ ਕਾਰਨ ਰੋਡਵੇਜ਼ ਦੇ ਵੱਲੋਂ ਆਪਣੀ ਐਫਡੀ ਦੀ ਵਰਤੋਂ ਕਰਕੇ ਕਰਮਚਾਰੀਆਂ ਨੂੰ ਤਨਖਾਹਾਂ ਦਿੱਤੀਆਂ ਗਈਆਂ ਨੇ, ਤੇ ਇਸ ਵਾਰ ਮਹਿਕਮੇ ਕੋਲ ਅਜਿਹਾ ਬਦਲ ਵੀ ਕੋਈ ਮੌਜੂਦ ਨਹੀਂ, ਜਿਹਦੇ ਕਰਕੇ ਤਨਖਾਹਾਂ ਦੇਣ ਦੇ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਨੇ। ਮਹਿਕਮੇ ਨੇ ਫੰਡ ਰਿਲੀਜ਼ ਹੋਣ ਤੋਂ ਬਾਅਦ ਤਨਖਾਹ ਠੇਕੇਦਾਰਾਂ ਤੇ ਆਪਣੇ ਅਧੀਨ ਰੱਖੇ ਗਏ ਕੰਟਰੈਕਟ ਵਰਕਰਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਹੈ। ਉੱਥੇ ਹੀ ਆਧਾਰ ਡੀਜ਼ਲ ਵੀ ਲਿਆ ਜਾ ਰਿਹਾ ਹੈ, ਉਹਦੇ ਵੀ ਕਰੋੜਾਂ ਦੇ ਬਿੱਲਾਂ ਦਾ ਭੁਗਤਾਨ ਹੋਣਾ ਬਾਕੀ ਹੈ, ਅਤੇ ਹੋਰ ਖਰਚ ਕਰਕੇ ਵਿਭਾਗ ਦੇ ਵੱਲੋਂ 30 ਕਰੋੜ ਰੁਪਏ ਇੱਕੋ ਝਟਕੇ ਵਿੱਚ ਦੱਸਿਆ ਗਿਆ ਕਿ ਉੜ ਗਏ ਨੇ, ਤੇ ਉਧਾਰ ਲਏ ਡੀਜ਼ਲ ਦੇ ਬਿੱਲਾਂ ਦਾ ਪੂਰਾ ਭੁਗਤਾਨ ਹਲੇ ਕੀਤਾ ਨਹੀਂ ਜਾ ਸਕਿਆ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੂਰਾ ਭੁਗਤਾਨ ਕਰਨ ਤੇ ਭੰਬਲ ਭੂਸਾ ਬਣਿਆ ਹੋਇਆ ਹੈ। ਉੱਥੇ ਹੀ ਅਹਿਮ ਗੱਲ ਇਹ ਵੀ ਹੈ ਕਿ ਮਹਿਕਮੇ ਦੇ ਵੱਲੋਂ 30 ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਕਰਨ ਵਾਲੇ ਨੇ, ਪੈਂਡਿੰਗ ਪਏ ਨੇ, ਪਰ ਹੋ ਨਹੀਂ ਸਕੇ। ਹੁਣ ਇਹਦੇ ਵਿੱਚੋਂ ਮੁੱਖ ਰੂਪ ਨਾਲ ਕੰਮ ਕਿਹੜੇ ਨੇ? ਬਹੁਤ ਸਾਰੀਆਂ ਬੱਸਾਂ ਨੇ ਜਿਨ੍ਹਾਂ ਦੇ ਟਾਇਰ ਬਦਲਣ ਵਾਲਿਆ ਘਸਣੇ ਤਾਂ ਹੈਗੇ ਆ, ਬੱਸਾਂ ਦੀ ਰਿਪੇਅਰ, ਉਹਨਾਂ ਦੀ ਦੇਖ ਰੇਖ ਦਾ ਕੰਮ ਰਹਿੰਦਾ ਹੈ। ਮਹਿਕਮੇ ਦੀ ਜੇਬ ਦੇ ਵਿੱਚ ਕਰੋੜਾਂ ਰੁਪਏ ਦੀ ਰਕਮ ਬਚੀ ਹੋਈ ਹੈ, ਅਤੇ ਦੇਖਣਾ ਹੋਵੇਗਾ ਇਹਨੂੰ ਖਰਚ ਕਰਨ ਸਮੇਂ ਕਿਹੜੇ ਕੰਮਾਂ ਨੂੰ ਜ਼ਿਆਦਾ ਤਰਜੀਹ ਦੇਣਗੇ। ਹੁਣ ਜਿਹੜੇ ਡਰਾਈਵਰਾਂ ਨੇ, ਡਰਾਈਵਰਾਂ ਦੀ ਟੀਮ ਹੈ ਜਾਂ ਡਰਾਈਵਰਾਂ ਦਾ ਕਹਿਣਾ ਹੈ ਕਿ ਬੱਸਾਂ ਦੇ ਸ਼ੀਸ਼ੇ ਬਦਲਣ ਦੀ ਵੀ ਲੋੜ ਹੈ। ਜੇ ਸ਼ੀਸ਼ੇ ਬਦਲਣੇ ਤੇ ਉਹਨਾਂ 'ਤੇ ਵੀ ਕਾਫੀ ਮੋਟਾ ਖਰਚ ਹੋਊਗਾ, ਪਰ ਉਹਨਾਂ ਨੂੰ ਕਿੰਨੀ ਕੁ ਦੇਰ ਤੱਕ ਲਟਕਾਉਣਗੇ ਕਿ ਸ਼ੀਸ਼ੇ ਨਹੀਂ ਬਦਲਣਗੇ? ਕਈ ਛੋਟੇ-ਮੋਟੇ ਖਰਚੇ ਵੀ ਹੁੰਦੇ ਨੇ। ਹੁਣ ਫੰਡ ਦੀ ਘਾਟ ਹੋਣ ਦੇ ਕਾਰਨ ਵਿਭਾਗ ਦੇ ਵੱਲੋਂ ਆਪਣੇ ਗੇਟ ਦੇ ਬਾਹਰ ਲੱਗੇ ਬੋਰਡ ਬਦਲਵਾਉਣ ਦਾ ਕੰਮ ਵੀ ਲਟਕਾਇਆ ਜਾ ਰਿਹਾ ਹੈ। ਹੁਣ ਨਵੇਂ ਵਿਅਕਤੀ ਨੇ ਡਿਪੂ ਦੇ ਵਿੱਚ ਜਾਣਾ ਹੋਵੇ, ਬੋਰਡ ਖਰਾਬ ਹੋਵੇ, ਤੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਪੜ੍ਹਿਆ ਹੀ ਨਹੀਂ ਜਾਂਦਾ। ਸਾਈਨ ਵੀ ਬੜੇ ਲਾਜ਼ਮੀ ਨੇ,
ਪਰ ਸਵਾਲ ਇਹ ਹੈ ਕਿ ਅਸੀਂ ਸਾਈਨਾਂ ਦੀ ਵਰਤੋਂ ਕਿੰਨੀ ਕੁ ਕਰਦੇ ਹਾਂ। ਹੁਣ ਆ ਕੁਝ ਕੁ ਦਿਨ ਰਹਿੰਦੇ ਨੇ, ਮਹੀਨਾ ਖਤਮ ਹੋ ਜਾਣਾ ਹੈ ਤੇ ਉਹਦੇ ਬਾਅਦ ਮਹਿਕਮੇ ਨੇ ਦੁਬਾਰਾ 21 ਕਰੋੜ ਦੀ ਤਨਖਾਹ ਫਿਰ ਜਾਰੀ ਕਰਨੀ ਹੈ। ਕੀ ਤਨਖਾਹ ਜਾਰੀ ਕਰਨ ਨੂੰ ਪਹਿਲ ਦਿੱਤੀ ਜਾਊ? ਕਿਉਂਕਿ ਜਿਹੜੇ ਲੋਕ ਕੰਮ ਕਰਦੇ ਆ, ਡਰਾਈਵਰ ਹੈ, ਕੰਡਕਟਰ ਹੈ, ਭਾਵੇਂ ਕੋਈ ਵੀ ਹੈ, ਜੇ ਉਹਦਾ ਸਰਦਾ ਹੋਵੇ ਤਾਂ ਉਹ ਕੰਮ ਕਿਉਂ ਕਰੇ? ਕਿਉਂਕਿ ਜੁਲਾਈ ਵਿੱਚ ਤਨਖਾਹ ਦੇਣ ਦੇ ਵਿੱਚ ਫਿਰ ਤੋਂ ਮੁਸ਼ਕਲ ਆ ਸਕਦੀ ਹੈ। ਜੂਨ ਮਹੀਨੇ 'ਚ ਤਨਖਾਹ ਸਮੇਂ ਸਿਰ ਦਿੱਤੀ ਹੋਵੇਗੀ ਤਾਂ ਜੁਲਾਈ ਵਿੱਚ ਦੇਰੀ ਹੋਣ ਤੇ ਕਰਮਚਾਰੀਆਂ ਨੂੰ ਕੁਝ ਹਫ਼ਤਿਆਂ ਤੱਕ ਫਿਰ ਸ਼ਾਂਤ ਰਹਿਣਾ ਕੀ ਆਸਾਨ ਹੋਊਗਾ? ਕੀ ਭਵਿੱਖ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੈ ਕਿ ਆਸ ਦੀ ਕਿਰਨ ਹੈ? ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫੰਡਾਂ ਦੀ ਘਾਟ ਨੂੰ ਪੂਰਾ ਕਿਵੇਂ ਕਰਨਾ ਹੈ? ਕੀ ਇਹ ਜਿਹੜੀ ਮੁਫਤ ਬੱਸ ਸਰਵਿਸ ਦਿੱਤੀ ਹੈ ਇਹ ਚਾਲੂ ਰੱਖਣੀ ਹੈ ਜਾਂ ਇਹ ਵਾਪਸ ਲੈਣੀ ਹੈ, ਜਾਂ ਇਸ ਮਹਿਕਮੇ ਦੇ, ਇਸ ਡਿਪਾਰਟਮੈਂਟ ਦੇ ਹਾਲਾਤ ਕਿਵੇਂ ਸੁਧਾਰਨੇ ਨੇ? ਹਾਲਤ ਤਰਸਯੋਗ ਬਣੀ ਹੋਈ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਵੇਖਦੇ ਹਾਂ ਕਿ ਮਹਿਕਮਾ ਕੀ ਕਰਦਾ ਹੈ। ਤੇ ਅਗਲੀ ਜਿਹੜੀ ਖਬਰ ਹੈ ਇਹ ਕਾਫੀ ਮਹੱਤਵਪੂਰਨ ਹੈ। ਵੀ ਖਬਰ ਹੈ ਕਰਨਾਟਕ ਦੀ। ਕਰਨਾਟਕ ਦੇ ਇੱਕ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ BZ ਜ਼ਮੀਰ ਅਹਿਮਦ ਖਾਨ ਨੇ, ਹੁਣ ਤੁਸੀਂ ਦੇਖੋ ਕੀ ਕੀਤਾ। ਉਹਨਾਂ ਦੀ ਵੀਡੀਓ ਵਾਇਰਲ ਹੋਈ ਹੈ, ਬਹੁਤ ਸਾਰੇ ਤੁਸੀਂ ਦੇਖਿਆ ਹੋਣਾ, ਟਵੀਟ ਵੀ ਕੀਤੇ ਹੋਇਆ ਲੋਕਾਂ ਨੇ, ਸੋਸ਼ਲ ਮੀਡੀਆ ਤੇ ਘੁੰਮਦੀ ਫਿਰਦੀ ਹੈ ਕੀ ਕਿ ਜਾਤ ਪਾਤ ਨੂੰ, ਇਸ ਭੇਦਭਾਵ ਨੂੰ ਖਤਮ ਕਰਨਾ ਹੈ। ਜਾਤੀ ਭੇਦਭਾਵ ਦੀ ਨਿੰਦਾ ਕਰਨ ਦੇ ਵਾਸਤੇ ਉਹ ਇੱਕ ਦਲਿਤ ਸਾਧੂ ਨੂੰ ਸਟੇਜ ਤੇ ਲਿਆਉਂਦੇ ਆ। ਦਲਿਤ ਸਾਧੂ ਨੂੰ ਆਪਣੇ ਹੱਥ ਦੇ ਨਾਲ ਪਹਿਲਾਂ ਖਾਣਾ ਉਹਨਾਂ ਦੇ ਮੂੰਹ 'ਚ ਪਾਉਂਦੇ ਆ, ਫਿਰ ਉਹਨਾਂ ਨੂੰ ਕਹਿੰਦੇ ਛੇਤੀ ਕਰ, ਜਿਹੜਾ ਮੂੰਹ 'ਚ ਮੈਂ ਤੇਰੇ ਖਾਣਾ ਪਾਇਆ ਆਪਣੇ ਹੱਥ ਨਾਲ ਕੱਢਿਆ ਹੋਇਆ ਖਾਣਾ ਫਿਰ ਆਪਣੇ ਮੂੰਹ 'ਚ ਪਵਾਉਂਦੇ ਆ। ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਗਈ। ਸ਼੍ਰੀਮਾਨ ਜੀ ਖਾਨ ਸਾਹਿਬ ਸਾਧੂ ਸਵਾਮੀ ਨਾਰਾਇਣ ਨੂੰ ਭੋਜਨ ਦੇ ਰਹੇ ਨੇ, ਉਹਨਾਂ ਦੇ ਮੂੰਹ 'ਚੋਂ ਕੱਢਿਆ ਹੋਇਆ ਭੋਜਨ ਉਹਨਾਂ ਨੂੰ ਕਹਿੰਦੇ ਆ ਕਿ ਮੇਰੇ ਮੂੰਹ 'ਚ ਪਾ, ਮੂੰਹ 'ਚ ਪਾਉਂਦੇ ਆ। ਇਹ ਕੱਲ ਐਤਵਾਰ ਦੀ ਘਟਨਾ ਹੈ। ਉੱਥੇ ਇੱਕ ਪ੍ਰੋਗਰਾਮ ਸੀ ਜਿੱਥੇ ਇਹ ਘਟਨਾ ਵਾਪਰੀ ਹੈ। ਤੁਹਾਨੂੰ ਮੈਂ ਦੱਸ ਦਿਆਂ ਕਿ ਪਹਿਲੀ ਵਾਰੀ ਇਹ ਵਿਵਾਦਾਂ 'ਚ ਨਹੀਂ ਆਏ। ਖਾਨ ਸਾਹਿਬ ਪਿਛਲੇ ਮਹੀਨੇ ਹੁਬਲੀ ਹਿੰਸਾ ਮਾਮਲੇ ਵਿੱਚ ਗ੍ਰਿਫਤਾਰ ਲੋਕਾਂ ਨੂੰ ਭੋਜਨ ਵੰਡਣ ਤੋਂ ਬਾਅਦ ਵੀ ਵਿਵਾਦਾਂ 'ਚ ਆ ਗਏ ਸੀ। ਭਾਜਪਾ ਨੇ ਉਹਨਾਂ ਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼ ਲਗਾਏ ਸੀ, ਪਰ ਉਹਨਾਂ ਦੋਸ਼ਾਂ ਨੂੰ ਨਕਾਰਦਿਆਂ ਉਹਨਾਂ ਕਿਹਾ ਸੀ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਮੱਕੇ ਦੀ ਯਾਤਰਾ ਤੇ ਗਏ ਹੋਏ ਸੀ, ਉਹ ਤਾਂ ਹੱਜ ਤੇ ਗਏ ਹੋਏ ਸੀ। ਖਾਨ ਸਾਹਿਬ ਉਸ ਵਕਤ ਵਿਵਾਦਾਂ 'ਚ ਆ ਗਏ ਸੀ ਜਦੋਂ ਕਰਨਾਟਕ ਹਾਈ ਕੋਰਟ ਦੇ ਵਿੱਚ ਹਿਜਾਬ ਵਿਵਾਦ ਦੀ ਸੁਣਵਾਈ ਚੱਲ ਰਹੀ ਸੀ। ਉਸ ਦੌਰਾਨ ਉਹਨਾਂ ਕਿਹਾ ਸੀ ਕਿ ਹਿਜਾਬ ਔਰਤਾਂ ਦੀ ਸੁੰਦਰਤਾ ਨੂੰ ਜਿਣਸੀ ਸ਼ੋਸ਼ਣ ਕਰਨ ਵਾਲਿਆਂ ਤੋਂ ਬਚਾਉਂਦਾ ਹੈ। ਉਹਨਾਂ ਦਾਅਵਾ ਕੀਤਾ ਕਿ ਕੁੜੀਆਂ ਦੇ ਵੱਡੇ ਹੋਣ ਤੋਂ ਬਾਅਦ ਹਿਜਾਬ ਉਹਨਾਂ ਨੂੰ ਪਰਦੇ ਪਿੱਛੇ ਰੱਖਣ ਵਿੱਚ ਮਦਦ ਕਰਦਾ ਹੈ, ਉਹਨਾਂ ਦੇ ਸਰੀਰਕ ਸ਼ੋਸ਼ਣ ਨੂੰ ਬਚਾਉਣ ਦੇ ਵਿੱਚ ਮਦਦ ਕਰਦਾ ਹੈ, ਜਿਸ ਨਾਲ ਉਹਨਾਂ ਦੀ ਸੁੰਦਰਤਾ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ, ਆਕਰਸ਼ਣ ਨਹੀਂ ਵੱਧਦਾ, ਆਪਣੇ ਆਪ ਨੂੰ ਲੁਕੋ ਕੇ ਰੱਖਦੀਆਂ ਨੇ ਅਤੇ ਜਬਰ ਜਨਾਹ ਵਰਗੇ ਮਾਮਲੇ ਘੱਟ ਹੁੰਦੇ ਨੇ। ਕੀ ਸੱਚਮੁੱਚ ਕਿਸੇ ਦਲਿਤ ਬੰਦੇ ਨੂੰ ਆਪਣੇ ਹੱਥ ਨਾਲ ਭੋਜਨ ਖਵਾ ਕੇ ਉਹਦੇ ਮੂੰਹ ਦੇ ਵਿੱਚੋਂ ਉਹ ਬੁਰਕੀ ਕੱਢ ਕੇ ਆਪਣੇ ਮੂੰਹ ਵਿੱਚ ਪਾਉਣ ਦੇ ਨਾਲ ਆ ਜਾਤ ਪਾਤ ਦੀਆਂ ਕੰਧਾਂ ਢਹਿ ਜਾਣਗੀਆਂ, ਜਾਂ ਆਪਣੀ ਸੋਚ ਨੂੰ ਉੱਪਰ ਕਰਨਾ ਪਏਗਾ? ਸੱਚਮੁੱਚ ਬਹੁਤ ਵਾਰੀ ਆਪਾਂ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ ਹੈ, ਪਰ ਸਰਕਾਰਾਂ ਨੂੰ ਕਹੋ, ਤੁਸੀਂ ਸਰਕਾਰਾਂ 'ਚ ਬੈਠੇ ਹੋ, ਕਿ ਆ ਜਿਹੜਾ ਵੀ ਸਰਕਾਰੀ ਫਾਰਮ ਆਉਂਦਾ ਉਹ 'ਤੇ ਜਾਤ ਪਾਤ ਪੁੱਛਣੀ ਛੱਡੀਏ। ਅੱਧਾ ਕੰਮ ਤਾਂ ਤੁਸੀਂ ਉੱਥੋਂ ਹੀ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਕੰਧ ਤਾਂ ਤੁਸੀਂ ਢਹਿਣ ਨਹੀਂ ਦਿੰਦੇ। ਸੋ ਕੁੱਲ ਮਿਲਾ ਕੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਸੀ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।